ਜਣਾ ਭਾਵੇਂ ਭੂੰਡ ਦੀ ਸ਼ਕਲ ਵਾਲਾ ਹੋਵੇ, ਜਨਾਨੀ ਫੇਰ ਵੀ ਉਹਦੇ ਨਾਲ ਗੁਜ਼ਾਰਾ ਕਰ ਲੈਂਦੀ ਹੈ। ਲੇਕਿਨ ਭੂੰਡ ਦੀਆਂ ਅਗਰ ਆਦਤਾਂ ਨਾ ਠੀਕ ਹੋਣ ਫੇਰ ਜਨਾਨੀ ਕੀ ਕਰੇ। ਜਵਾਨ ਇੱਥੇ ਯੂਰਪ ਮੌਜੂਦ ਹੈ, ਆਪਣੀ ਫੈਮਿਲੀ ਨਾਲ ਬੜੇ ਸਕੂਨ ਨਾਲ ਰਹਿ ਰਿਹਾ ਸੀ। ਜਨਾਨੀ ਕਹਿੰਦੀ ਹੈ ਕਿ ਮੇਰੀ ਭੈਣ ਦੀ ਸ਼ਾਦੀ ਹੈ, ਅਸਾਂ ਪਾਕਿਸਤਾਨ ਲਾਜ਼ਮੀ ਜਾਣਾ ਹੈ। ਜਵਾਨ ਨੇ ਆਖਿਆ ਕੋਈ ਮਸਲਾ ਨਹੀਂ, ਲਗੇ ਚੱਲਨੇ ਆ। ਜਵਾਨ ਇੱਥੋਂ ਟੁਰਿਆ ਤੇ ਪਾਕਿਸਤਾਨ ਪਹੁੰਚਿਆ। ਮਹਿੰਦੀ ਵਾਲੇ ਦਿਨ ਉੱਥੇ ਪਹੁੰਚੇ ਨੇ ਉਹਨਾਂ ਦੇ ਘਰ। ਜ਼ਾਹਿਰੀ ਗੱਲ ਹੈ ਉਹਨਾਂ ਰੋਲਾ ਪਾਇਆ ਸੀ ਕਿ ਮੇਰੀ ਭੈਣ ਬਾਹਰੋਂ ਆ ਰਹੀ ਹੈ, ਮੇਰੀ ਭੈਣ ਸ਼ਾਦੀ ਵਾਸਤੇ ਸਪੈਸ਼ਲ ਆ ਰਹੀ ਹੈ। ਅੱਗੂ ਪਿੱਛੇ ਜਿਹੜੀਆਂ ਕੁੜੀਆਂ ਸੀ ਉਹ ਵੀ ਸੁਣ ਕੇ ਬੜੀਆਂ ਹੈਰਾਨ ਸੀ ਕਿ ਬਾਹਰੋਂ ਫੈਮਿਲੀ ਆ ਰਹੀ ਹੈ। ਜੋ ਹੀ ਉੱਥੇ ਮਹਿੰਦੀ ਤੇ ਪਹੁੰਚੇ ਨੇ, ਜ਼ਾਹਿਰੀ ਗੱਲ ਹੈ ਸਾਰੀਆਂ ਕੁੜੀਆਂ ਦਾ ਇਹਨਾਂ ਲਈ ਧਿਆਨ ਸੀ। ਲੇਕਿਨ ਇੱਕ ਕੁੜੀ ਜਿਹੜੀ ਹੈ ਇਸ ਜਵਾਨ ਨਾਲੋਂ ਤੱਕੀ ਜਾ ਰਹੀ ਸੀ, ਉਹ ਅੱਖਾਂ ਪਿਛਾਂ ਕਰਦੀ ਨਹੀਂ ਸੀ ਪਈ। ਜਵਾਨ ਵੀ ਉਹਦੇ ਵੱਲ ਤੱਕ ਕੇ ਬੜਾ ਖੁਸ਼ ਹੋ ਰਿਹਾ ਸੀ ਕਿ ਐਡੀ ਸੋਹਣੀ ਕੁੜੀ ਜਿਹੜੀ ਹੈ ਮੇਰੇ ਵੱਲ ਤੱਕ ਰਹੀ ਹੈ। ਜ਼ਾਹਿਰੀ ਗੱਲ ਹੈ ਆਪਣੀ ਜਨਾਨੀ ਵਾਵਾ ਵਡੇਰੀ ਹੋ ਗਈ ਸੀ, ਉਹ ਯੰਗ ਕੁੜੀ ਤੱਕ ਕੇ ਤੇ ਪਾਗਲ ਹੀ ਹੋ ਗਿਆ ਸੀ। ਉਹ ਬਾਰ-ਬਾਰ ਉਹਦੇ ਵੱਲ ਤੱਕਦਾ ਸੀ। ਜਿਸਲੇ ਮਹਿੰਦੀ ਦੀ ਰਾਤ ਹੋਈ ਹੈ ਉਹ ਜਨਾਬ ਕੁੜੀ ਦੇ ਅੱਗੇ ਪਿੱਛੇ ਰਹੀ ਹੈ, ਇਹਦੀਆਂ ਸੈਲਫੀਆਂ ਵਗੈਰਾ ਲੈਂਦੀ ਰਹੀ ਹੈ। ਥੋੜੀ ਦੇਰ ਬਾਅਦ ਆ ਕੇ ਇਹਦੇ ਹੱਥ ਵਿੱਚ ਆ ਕੇ ਆਪਣਾ ਨੰਬਰ ਦੇ ਗਈ ਹੈ ਟੈਲੀਫੋਨ। ਜਿਸਲੇ ਜਵਾਨ ਨੇ ਨੰਬਰ ਦੇਖਿਆ ਤੇ ਸਾਈਡ ਤੇ ਹੋ ਕੇ ਉਹਨੂੰ ਕਾਲ ਮਾਰੀ ਤੇ ਉਹ ਆਂਦੀ ਹੈ ਕਿ ਮੈਨੂੰ ਤੁਸੀਂ ਬੜੇ ਪਸੰਦ ਆਏ ਹੋ, ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ। ਜਵਾਨ ਬੜਾ ਹੈਰਾਨ ਹੋਇਆ ਕਿ ਇਤਨੀ ਯੰਗ ਕੁੜੀ ਜਿਹੜੀ ਹੈ ਮੇਰੇ ਨਾਲ ਪਿਆਰ ਕਰਨ ਲੱਗ ਪਈ ਹੈ। ਉਹਨੇ ਜਨਾਬ ਕਾਲ ਉਸੇ ਟਾਈਮ ਮਾਰੀ, ਉਹਨੂੰ ਆਖਿਆ ਆ ਮੈਨੂੰ ਵੀ ਤੂੰ ਬੜੀ ਸੋਹਣੀ ਲੱਗੀ ਹੈ, ਇਸ ਤਰ੍ਹਾਂ ਦੀ ਕੁੜੀ ਸੋਹਣੀ ਪਹਿਲਾਂ ਮੈਂ ਤੱਕੀ ਕੋ ਨਹੀਂ। ਉਹ ਕੁੜੀ ਆਖਦੀ ਹੈ ਕਿ ਤੁਸੀਂ ਇੰਜ ਕਰੋ ਫਲਾਣੀ ਸਾਈਡ ਤੇ ਹੋ ਕੇ ਮੈਨੂੰ ਆ ਕੇ ਮਿਲੋ। ਜਵਾਨ ਜਿਸਲੇ ਜਨਾਬ ਸਾਈਡ ਤੇ ਗਿਆ, ਕੁੜੀ ਨੇ ਜਨਾਬ ਹੱਥਾਂ 'ਚ ਹੱਥ ਪਾ ਕੇ ਗੱਪਾਂ ਸ਼ੱਪਾਂ ਲਾਣ ਲੱਪੇ, ਨਜ਼ਰਾਂ 'ਚ ਨਜ਼ਰਾਂ ਮਿਲੀਆਂ। ਇੰਨੀ ਦੇਰ ਨੂੰ ਜਵਾਨ ਦਾ ਮੁੰਡਾ 9 ਸਾਲ ਦਾ ਉਹ ਉੱਤੇ ਪਹੁੰਚਿਆ। ਉਹਨੇ ਆ ਕੇ ਦੇਖਿਆ ਜਨਾਬ ਅੱਬਾ ਜਿਹੜਾ ਮੇਰਾ ਉਹ ਫਲਾਣੀ ਕੁੜੀ ਨਾਲ ਇਸ ਤਰ੍ਹਾਂ ਕਲਾਵੇ ਪਿਆ ਮਾਰਦਾ। ਉਹਨੇ ਆ ਕੇ ਫਟੋਫਟ ਅੰਮਾ ਆਪਣੀ ਨੂੰ ਦੱਸਿਆ। ਜਵਾਨ ਦੌੜਦਾ ਆਇਆ ਮਗਰ। ਜਿਸਲੇ ਅੰਮਾ ਨੇ ਪੁੱਛਿਆ ਕਿ ਕੀ ਗੱਲ ਹੈ, ਕੌਣ ਸੀ ਉਹ ਲੜਕੀ? ਉਹਨੇ ਕਿਹਾ ਲੜਕੀ ਨਹੀਂ, ਉਹ ਬੁੱਢੀ ਮਾਈ ਹੈ, ਉਹਦੇ ਨਾਲ ਮੈਂ ਲੱਗਿਆ ਸਾਂ। ਅੱਗੋਂ ਮੁੰਡਾ ਜਿਹੜਾ ਕਹਿੰਦਾ ਨਹੀਂ ਮਾਮ ਉਹ ਯੰਗ ਗਰਲ ਲਈ। ਲੇਕਿਨ ਖੈਰ ਉਹਨੇ ਜਿਹੜਾ ਗੱਲ ਰਫਾ ਦਫਾ ਕਰ ਦਿੱਤੀ। ਉਸ ਰਾਤ ਤੇ ਜਿਹੜਾ ਇੰਨੀ ਮੁਲਾਕਾਤ ਹੋਈ ਲੇਕਿਨ ਕੁੜੀ ਫੇਰ ਵੀ ਉਹਦੇ ਵੱਲੋਂ ਤੱਕਦੀ ਰਹੀ। ਅੱਗੋਂ ਜਿਸਲੇ ਬਾਰਾਤ ਗਈ ਜਨਾਬ ਕੁੜੀ ਬੜਾ ਸੋਹਣਾ ਤਿਆਰ ਹੋ ਕੇ ਇਹਨੇ ਆਪਣੇ ਬੱਚੇ ਸੀ ਛੱਡ ਕੇ ਸਿਰਫ ਧਿਆਨ ਉਹਦੇ ਵਿੱਚ ਆਇਆ ਉਸ ਕੁੜੀ 'ਚ। ਉਹ ਕੁੜੀ ਵੀ ਜਿਹੜੀ ਹੈ ਬਾਰ-ਬਾਰ ਜਿਹੜਾ ਇਹਦੀਆਂ ਸੈਲਫੀਆਂ ਲੈ ਰਹੀ ਸੀ। ਜਨਾਨੀ ਤੱਕ ਰਹੀ ਸੀ ਬਾਰ-ਬਾਰ ਕਿ ਇਹ ਕੁੜੀ ਇਹਨਾਂ ਦੀਆਂ ਸੈਲਫੀਆਂ ਕਿਉਂ ਲੈ ਰਹੀ ਹੈ। ਉਹ ਕੋਲ ਜਾ ਕੇ ਆਪਣੇ ਹਾਵਦ ਨੂੰ ਆਖਦੀ ਹੈ ਕਿ ਇਹ ਕੁੜੀ ਜਿਹੜੀ ਹੈ ਮੈਨੂੰ ਲੱਗਦਾ ਬਾਰ-ਬਾਰ ਤੁਹਾਡੀਆਂ ਸੈਲਫੀਆਂ ਲੈ ਰਹੀ। ਹਾਵਦ ਕਹਿੰਦਾ ਨਹੀਂ ਇਹ ਸਾਰੇ ਬੰਦਿਆਂ ਦੀ ਲੈ ਰਹੀ ਹੈ, ਇੰਜ ਲੱਗਦਾ ਕਿ ਬਾਰਾਤ ਸਾਰੀ ਦੀਆਂ ਲੈ ਰਹੀ ਹੈ, ਤੂੰ ਫਿਕਰ ਨਾ ਕਰ। ਬਹਰਹਾਲ ਉਹ ਜਨਾਨੀ ਨੇ ਫਿਰ ਇਗਨੋਰ ਕਰ ਦਿੱਤਾ। ਲੇਕਿਨ ਜਵਾਨ ਜਿਹੜਾ ਪੂਰਾ ਉਹਦੇ 'ਚ ਫੋਕਸ ਆਇਆ, ਫੋਨ ਤੇ ਸਾਈਡ ਤੇ ਹੋ ਕੇ ਗੱਲਬਾਤ ਪਿਆ ਕਰਦਾ ਆ ਉਹਦੇ ਨਾਲ ਕਿ ਅੱਜ ਰਾਤੀ ਜਿਹੜਾ ਤੂੰ ਮੈਨੂੰ ਲਾਜ਼ਮੀ ਮਿਲਣਾ, ਜੇ ਇਹਨਾਂ ਨੇ ਦੁਲਹਨ ਨੇ ਸੁਹਾਗਰਾਤ ਮਨਾਣੀ ਹੈ ਤੇ ਮੈਂ ਵੀ ਤੇਰੇ ਨਾਲ ਰਾਤੀ ਮੁਲਾਕਾਤ ਕਰਨੀ ਹੈ। ਕੁੜੀ ਕਹਿੰਦੀ ਹੈ ਕੋਈ ਮਸਲਾ ਨਹੀਂ, ਮੈਂ ਆ ਜਾਵਾਂਗੀ, ਜਿਸਲੇ ਤੁਸੀਂ ਆਖੋਗੇ ਅਸੀਂ ਉੱਥੇ ਮਿਲ ਲਾਂਗੇ। ਜ਼ਾਹਿਰੀ ਗੱਲ ਹੈ ਪਿੰਡ ਦਾ ਮਾਹੌਲ ਆਇਆ। ਉਹ ਜਨਾਬ ਜਿਸਲੇ ਬਾਰਾਤ ਗਈ ਹੈ ਪੂਰਾ ਆਪਣੇ ਮਸਤੀ ਮੁਸਤੀ ਕਰਦੇ ਆਏ ਨੇ। ਜਿਸਲੇ ਬਾਰਾਤ ਵਾਪਸ ਆਈ ਹੈ ਉਹਨੇ ਟਾਈਮ ਦਿੱਤੇ ਅਸੀਂ ਰਾਤ ਦਾ। ਜਵਾਨ ਨੇ ਇੰਜ ਕੀਤਾ ਕਿ ਆਪਣੀ ਮੰਜੀ ਛੱਡ ਕੇ ਤੇ ਸਿੱਧਾ ਟੁਰ ਗਿਆ ਉਸ ਜਗ੍ਹਾ ਤੇ ਜਿੱਥੇ ਉਹ ਕੁੜੀ ਨੇ ਆਖਿਆ ਸੀ। ਜਾਂ ਉੱਥੇ ਜਾ ਕੇ ਜਨਾਬ ਆਪਣੇ ਕਲਾਵੇ ਸ਼ਾਵੇ ਮਾਰੇ, ਆਪਣਾ ਪੂਰਾ ਮਾਹੌਲ ਮਸਤੀ ਕੀਤਾ। ਜਨਾਨੀ ਢੂੰਡਦੀ ਰਹੀ ਕਿ ਰਾਤੀ ਗਏ ਕਿੱਧਰ ਨੇ। ਬਹਰਹਾਲ ਜਵਾਨ ਉੱਥੇ ਨਜ਼ਰ ਕੌਣ ਆਇਆ। ਅੱਗੋਂ ਜਿੱਥੇ ਸਵੇਰ ਵਾਪਸ ਆਇਆ ਤੇ ਜਨਾਨੀ ਨੇ ਆਖਿਆ ਕੀ ਗੱਲ ਹੈ ਤੁਸੀਂ ਕਿੱਧਰ ਗਏ? ਉਹਨੇ ਆਖਿਆ ਨਹੀਂ ਉਹ ਬਾਹਰ ਮੁੰਡੇ ਬੈਠੇ ਸੀ, ਮੈਂ ਉਹਨਾਂ ਕੋਲ ਬੈਠਿਆ ਉੱਥੇ ਗੱਪ-ਸ਼ਪ ਲਾਉਂਦੇ। ਆਖਿਆ ਅੱਧੀ ਰਾਤੀ ਕਿਹੜੇ ਮੁੰਡੇ? ਉਹਨੇ ਆਖਿਆ ਉੱਥੇ ਬੈਠੇ ਸੀ, ਉਹਨਾਂ ਨਾਲ ਗੱਲਬਾਤ ਪਿਆ ਕਰਦਾ। ਚੱਲ ਛੱਡ ਤੂੰ। ਜਨਾਨੀ ਨੇ ਇਗਨੋਰ ਕਰ ਦਿੱਤਾ। ਜ਼ਾਹਿਰੀ ਗੱਲ ਹੈ ਉਹ ਖੁਸ਼ ਹੈ ਕਿ ਚਲੋ ਮੇਰੀ ਭੈਣ ਦਾ ਵਿਆਹ ਸੀ, ਇਹ ਮੇਰੇ ਨਾਲ ਆਏ ਆ। ਅੱਗੋਂ ਜਿਸਲੇ ਵਲੀਮਾ ਆਇਆ ਉੱਥੇ ਵੀ ਜਨਾਬ ਪੂਰਾ ਮਾਹੌਲ ਸ਼ੋਲ ਜਵਾਨ ਨੇ ਤਿਆਰ ਰੱਖਿਆ। ਉਹਦੇ ਅੱਗੇ ਪਿੱਛੇ ਫਿਰਦਾ ਰਿਹਾ। ਹੋਰ 2-4 ਬੰਦਿਆਂ ਨੇ ਵੀ ਦੇਖਿਆ ਕਿ ਇਹ ਜਿਹੜਾ ਉਸ ਕੁੜੀ ਮਗਰ ਹੋਇਆ, ਲੇਕਿਨ ਉਹਨਾਂ ਨੇ ਕੋਈ ਗੱਲਬਾਤ ਕਰਨੀ ਸੀ। ਜਵਾਨ ਜਿਸਲੇ ਵਲੀਮਾ ਖਤਮ ਹੋਇਆ ਤੇ ਜਨਾਨੀ ਨੇ ਆਖਿਆ ਚਲੋ ਘਰ ਵਾਪਸ ਚਲੀਏ। ਉਹਨੇ ਆਖਿਆ ਨਹੀਂ ਅੱਜ ਰਾਤ ਇੱਥੇ ਰਹਿ ਲੈਣਾ। ਉਹਦਾ ਦਿਲ ਸੀ ਕਿ ਇੱਕ ਰਾਤ ਹੋਰ ਇਹਦੇ ਨਾਲ ਮੈਂ ਗੁਜ਼ਾਰ ਲਵਾਂ, ਲੇਕਿਨ ਜਨਾਨੀ ਨੇ ਕੋਨਾ ਮੰਨਿਆ। ਉਹਨੇ ਆਖਿਆ ਚਲੋ ਵਾਪਸ ਚਲੀਏ। ਜਨਾਬ ਵਾਪਸ ਜਿਸਲੇ ਆਪਣੇ ਘਰ ਆ ਗਏ, ਬਾਅਦ ਚ ਕੁੜੀ ਜਿਹੜੀ ਆ ਫੋਨ ਤੇ ਫੋਨ ਕਰਦੀ। ਜਵਾਨ ਪੂਰੀ ਰਾਤ ਉਹਦੇ ਨਾਲ ਗੱਪਾਂ ਲਾਉਂਦਾ ਰਹਿੰਦਾ ਸੀ। ਇਤਨਾ ਉਹਦਾ ਆਸ਼ਿਕ ਹੋ ਗਿਆ ਸੀ। ਅੱਗੋਂ ਉਹ ਸਮਝ ਨਹੀਂ ਸੀ ਆਉਂਦੀ ਕਿ ਮੈਂ ਉਸ ਤਰ੍ਹਾਂ ਕਿਸ ਤਰ੍ਹਾਂ ਜਾ ਕੇ ਉਹਨੂੰ ਮਿਲਾਂ। ਅੱਗੋਂ ਜਵਾਨ ਕਹਿੰਦਾ ਕਿ ਚੱਲਨੇ ਆ ਤੇਰੀ ਭੈਣ ਕੋਲ, ਉੱਥੇ ਜਾ ਕੇ ਉਹਨਾਂ ਦੇ ਗੱਪ-ਸ਼ਪ ਲਾਣੇ ਆ, ਝੱਟ ਕੋਈ 2 ਰਾਤਾਂ ਰਹਿਣ। ਉਹਨੇ ਆਖਿਆ ਨਾ ਹੁਣ ਨਹੀਂ ਉਹਨਾਂ ਦੇ ਘਰ ਜਾਣਾ। ਜਨਾਨੀ ਨੂੰ ਥੋੜਾ ਬਹੁਤ ਸ਼ੱਕ ਹੋ ਗਿਆ ਸੀ ਕਿ ਜਣਾ ਮੇਰਾ ਜਿਹੜਾ ਗਲਤ ਲੈਣ ਤੇ ਚੜੇ ਹੈ। ਲੇਕਿਨ ਖੈਰ ਅੱਗੇ ਮੁੰਡੇ ਨੇ ਵੀ ਨਿੱਕੇ ਨੇ ਦੱਸਿਆ ਸੀ ਸੈਲਫੀਆਂ ਸੁਲਫੀਆਂ ਲੈ ਰਿਹਾ, ਇਸ ਵਾਸਤੇ ਜਨਾਨੀ ਉਸ ਪਾਸੇ ਜਾਣਾ ਨਹੀਂ ਸੀ ਚਾਹੁੰਦੀ। ਲੇਕਿਨ ਜਵਾਨ ਜਿਹੜਾ ਪੂਰਾ ਰਾਬਤੇ ਵਿੱਚ ਆਇਆ ਹੋਇਆ ਇੰਜ ਕਿ ਜਿਸਲੇ ਇੱਥੇ ਬਾਹਰ ਵਾਪਸ ਆ ਗਿਆ ਉਹ ਕੁੜੀ ਨੂੰ ਭੁੱਲਦੀ ਕੋਈ ਨਹੀਂ ਸੀ ਪਈ ਕਿ ਉਹਨੂੰ ਮੈਂ ਕਿਸ ਤਰ੍ਹਾਂ ਜਿਹੜਾ ਮਿਲਾ ਜਾ ਕੇ। ਅੱਗੋਂ ਇਸਲੇ ਫੋਨ ਤੇ ਰਾਬਤੇ 'ਚ ਜਨਾਨੀ ਨੇ ਉਹਦਾ ਫੋਨ ਖੋਲ ਕੇ ਤੱਕਿਆ ਤੇ ਉਸ ਕੁੜੀ ਦੀਆਂ ਇਤਨੀਆਂ ਕੋਈ ਕਾਲਾਂ ਆਈਆਂ ਸੀ, ਇਤਨੇ ਮੈਸੇਜ ਉਹ ਸਾਰੇ ਸੁਣ ਕੇ ਤੇ ਬੜੀ ਹੈਰਾਨ ਪਰੇਸ਼ਾਨ ਹੋਈ ਕਿ ਇਹ ਮੇਰਾ ਜਣਾ ਜਿਹੜਾ ਉਸ ਕੁੜੀ ਨਾਲ ਗੱਲਾਂ ਬਾਤਾਂ ਪਿਆ ਕਰਦਾ। ਉਹਨੇ ਜਨਾਬ ਉਸੇ ਟਾਈਮ ਪਾਕਿਸਤਾਨ ਜਿਹੜਾ ਕਾਲ ਮਾਰੀ ਆਪਣੀ ਭੈਣ ਨੂੰ, ਨੇ ਆਖਿਆ ਜਿਹੜਾ ਫਲਾਣਿਆਂ ਦੀ ਕੁੜੀ ਹੈ ਉਹ ਮੇਰੇ ਜਣੇ ਨਾਲ ਇੱਥੇ ਰਾਬਤੇ 'ਚ ਹੈ, ਉਹ ਬਾਰ-ਬਾਰ ਪੂਰੀ ਰਾਤ ਜਿਹੜਾ ਕਾਲਾਂ ਤੇ ਲੱਗੇ ਰਹਿੰਦੇ ਨੇ, ਤੂੰ ਉਹਨਾਂ ਨੂੰ ਸਮਝਾ ਜਾ ਕੇ ਮੇਰੇ ਜਣੇ ਦਾ ਪਿੱਛਾ ਛੱਡ ਦੇ। ਉਹਨੇ ਜਿਸਲੇ ਜਾ ਕੇ ਗੱਲ ਕੀਤੀ ਉਸ ਕੁੜੀ ਨੇ ਆਖਿਆ ਕਿ ਤੁਹਾਡਾ ਜਣਾ ਜਿਹੜਾ ਉਹ ਮੇਰੇ ਨਾਲ ਨਕਾਹ
ਨਿਕਾਹ ਕਰ ਗਿਆ, मैं हुण ओहदी बीवी हाँ। जिसले जनानी नूं इत्थे पता लगा वो बड़ी परेशान होए, उन्हें आख्या इन्हें किहड़ा काम कीता है, ये गया 10-15 दिन होए सी, किस तरह जाके उत्थे निकाह कर आया। लेकिन जिसले जने ने पूछा उन्हें आख्या वाकई मैं उहदे नाल निकाह कर रहे हैं, उहदा एक बच्चा भी है, तलाकशुदा है वो बेचारी, ते इस वास्ते उन्हें आख्या बेचारी किहड़ी गल्लों है, जे मेरी तरफों तैनूं कोई कमी आई है इज्जत आलू ते तू फिर दस। उन्हें आख्या तेरे वालों मैनूं कोई कमी नहीं, बस मैनूं वो चंगी लगी सी, इस वजह जनानी ने आख्या गुस्से च आके मैं तेरे नाल नहीं रहना। उन्हें आख्या नहीं रहना ते ना रह, तेरी मर्जी है, लेकिन मैं हुण उहनूं नहीं छड़ सकता। जवान ने जनानी नूं पता भी ना लगन दिता। ज़ाहिरी गल है जिस मुल्क च रहिंदा उस मुल्क ते अपनी जनानी दूसरी नूं बुला नहीं सकदा। उन्हें चुप करके गया दूसरे मुल्क, उत्थे जाके जनाब उहदे पेपर वगैरह अप्लाई कीते, अप्लाई करके ते उहनूं इत्थे लैण दा जिसले बीवी नूं पता लगा उन्हें आख्या तू खा खसमां नूं, हुण मैं तेरे नाल नहीं रहना, तू मैनूं तलाक दे दे। और जिहदे बच्चे सी उन्हें जनाब उहदे कोलों तलाक लै ली गुस्से च आके। इस तलाक लई जवान जिहड़ा दूसरे मुल्क च अगे रहिंदा सी पिया, उन्हें जनानी ने बड़ी मुश्किल नाल छोटे छोटे बच्चे सी उन्हां नूं मुश्किल नाल पालिया, आपू सफाई दा काम करदी सी तां जाके जिहड़ा किधरे बंदोबस्त होंदा सी घर दा। ज़ाहिरी गल है किराया देना, घर नूं संभालना बहुत औखा काम है। अगू होया इंज कि जवान जिसले दूसरे मुल्क आया उत्थे हो गया बीमार, बहुत ज़्यादा बीमार हो गया। जिसले बीमार होया तो वह जनानी जिहड़ी खड़ी सी, ज़ाहिरी गल है यंग कुड़ी सी, उन्हें आख्या कि मैं तो इहदा ध्यान नहीं रख सकती जितना ये बीमार हो गया। ज़ाहिरी गल है उम्र उहदी ढेर होई सी, है भी भूंड जिहा सी। ज़ाहिरी गल जनानी ने जिहड़ा हैंड्स अप कर दिता यंग कुड़ी ने, उन्हें जना आख्या मैं नहीं रहना। उन्हें जनाब कोई होर चक्कर तक के इहदे कोल तलाक लैके ते आपू जाके दूसरी शादी कर ली। ये जना जिहड़ा बेचारा उत्थे अस्पताल रहा, कितना अरसा 3-4 साल अस्पताल रहा, उस तो बाद जिहड़ा इस दुनिया तो रुखसत हो गया। लेकिन यह है कि उहदे बच्चे हुण जिहड़ा इस टाइम बड़े सोहणे सैट ने, जनानी ने जिहड़ा बड़े सोहणे संभाले ने। लेकिन यह जवान जिहड़ा उस यंग कुड़ी दे चक्करां जिहड़ा सारा कुछ अपना गवा बैठा। अगर इस बीवी कोल हुंदा ज़ाहिरी गल ने अपनी खिदमत करनी सी, इहदा ध्यान रखे यार। लेकिन इन्हें जिहड़ा बस तकिया कि जवान कुड़ी मैनूं लभदी है भी मैं तो उहदे नाल इंजॉय करा, इनूं यह नहीं सी पता कि मैं बीमार होया तो जवान कुड़ी तो मैनूं छड्ड के जिहड़ा वो गई है निकल। इसे तरह ही हुंदा जे अगर तुसीं अपनी बीवी नाल धोखा दिओगे, अगर तुसीं है भी भूंड जिओ तो कोशिश करो कि बीवी नाल सही बना के रखो, इस तरह का धोखा देने की कोशिश ना करया करो। अगर तुसीं धोखा दिओगे ज़ाहिरी गल है फिर तुहानूं कोई ना कोई तो नुकसान होना ही है। बाकी अगर है कि मेरी वीडियो तुहानूं अच्छी लगे तो प्लीज़ यार लाइक करया करो, कमेंट्स करया करो, सबसक्राइब कर दिया तो दिल खुश होंदा। बाकी दुआवां च याद रखा करो, अपनी सेहत का ख्याल रखा करो, सेहत है तो सब कुछ है। कोई गलती शलती हो जाए तो माफ़ी चाहना, प्रोफैशनली कोशिश करना कि तुहाडे वास्ते अच्छी वीडियो बना। दुआवां याद रखियो, अपनी सेहत का ख्याल रखियो। अल्लाह हाफिज़।